बिस्मिल्लाहिर्रहमानिर्रहीम अस्सलाम वालेकुम। नवीद चौधरी स्वीडन तो पहला पंजाबी वीलॉग ते हुण तो इंशाअल्लाह मैं कोशिश करांगा कि जिन्ने भी कुछ सेहत दे भी इशू होण इन्हां च पंजाबी च भी गल करिए ताकि साडे जिहड़े पंजाबी समझण वाले लोक ने उन्हां नूं होर आसानी पैदा हो सके। अज दा वीलॉग जिहड़ा है इहदे च जिहड़ी गल करांगे ਇਹ ਜਿਹੜੀਆਂ ਆਮ ਕਿਉਂਕਿ ਮੈਂ ਦੂਜੇ ਸੂਬਿਆਂ 'ਚ ਰਿਹਾ ਨਹੀਂ, ਪੰਜਾਬ 'ਚ ਮੈਂ ਜੰਮਿਆ, ਪੰਜਾਬ 'ਚ ਰਿਹਾ ਵਾਂ ਤੇ ਪੰਜਾਬ ਦੇ ਵਿੱਚ ਕੁਝ ਆਮ ਗੱਲਾਂ ਜਿਹੜੀਆਂ ਪਾਈਆਂ ਜਾਂਦੀਆਂ ਨੇ ਉਹਨਾਂ ਦਾ ਅਸੀਂ ਜਾਇਜ਼ਾ ਲਵਾਂਗੇ ਕਿ ਇਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ। ਪੰਜਾਬ ਦੇ ਵਿੱਚ ਇੱਕ ਬੜੀ ਗੱਲ ਕੀਤੀ ਜਾਂਦੀ ਹੈ, ਬੜੀ ਵੱਡੀ ਸਾਰੀ, ਤੇ ਬਚਪਨ ਤੋਂ ਅਸੀਂ ਵੀ ਸੁਣਦੇ ਆਏ ਹਾਂ ਤੇ ਹੁਣ 2024 'ਚ ਵੀ ਕੀਤੀ ਜਾਂਦੀ ਹੈ ਕਿ ਭਲਵਾਨਾਂ ਦਾ ਅਖੀਰ ਜਿਹੜਾ ਬੁਰਾ ਹੁੰਦਾ, ਭਲਵਾਨੀ ਨਾ ਕਰਿਆ ਜੇ, ਜਿਮ ਨਾ ਜਾਇਆ ਜੇ, ਇਹ ਪਾਊਡਰ ਨਾ ਖਾਇਆ ਜੇ, ਇਹ ਗੋਲੀਆਂ ਨਾ ਖਾਇਆ ਜੇ, ਤੇ ਨਹੀਂ ਤੇ ਤੁਹਾਡੇ ਕੋਲੋਂ ਬਾਅਦ ਵਿੱਚ ਟੁਰਿਆ ਨਹੀਂ ਜਾਣਾ, ਤੁਹਾਡੀਆਂ ਹੱਡੀਆਂ 'ਚ ਪਾਣੀ ਪੈ ਜਾਣਾ ਤੇ ਤੁਹਾਡੇ ਕੋਲੋਂ ਉੱਠਿਆ ਵੀ ਨਹੀਂ ਜਾਣਾ। ਤੇ ਇਸ ਗੱਲ ਦਾ ਜਾਇਜ਼ਾ ਲਵਾਂਗੇ ਕਿ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੇ ਇਹ ਗੱਲ 'ਚ ਕਿੰਨਾ ਕੁ ਝੂਠ ਹੈ ਜਾਂ ਇਹ ਸਿਰਫ ਸੁਣੀ ਸੁਣਾਈ ਗੱਲ ਹੈ। ਸਭ ਤੋਂ ਪਹਿਲੀ ਗੱਲ ਕਿ ਮੈਂ ਤੁਹਾਡੇ ਕੋਲੋਂ ਇੱਕ ਆਮ ਜਿਹਾ ਸਵਾਲ ਪੁੱਛਣਾ ਕਿ ਕਿਆ ਤੁਹਾਡੇ ਆਲੇ ਦੁਆਲੇ ਜਿੰਨੇ ਵੀ ਕੋਈ 70-80 ਸਾਲਾਂ ਦੇ ਬਾਬੇ ਨੇ ਉਹਨਾਂ ਚੋਂ ਕਿਆ ਸਾਰੇ ਜਿਹੜੇ ਨੇ ਉਹ ਜਿਮ ਜਾਂਦੇ ਸਨ, ਤੇ ਜੇ ਨਹੀਂ ਸਨ ਜਾਂਦੇ ਤੇ ਕਿਆ ਉਹਨਾਂ ਚੋਂ ਕਿੰਨੇ ਬਾਬੇ ਜਿਹੜੇ ਨੇ ਉਹ ਬਿਮਾਰ ਨੇ, ਖੰਘਦੇ ਨੇ, ਕਈਆਂ ਨੂੰ ਮੁxtਲਫ ਕਿਸਮ ਦੀਆਂ ਬਿਮਾਰੀਆਂ ਲੱਗੀਆਂ ਨੇ, ਜਾਂ ਕਈਆਂ ਦੀ ਕਿਸੇ ਦੀ ਲੱਤ ਟੁੱਟੀ ਹੈ, ਬਾਂਹ ਟੁੱਟੀ ਹੈ, ਡਿੱਗ ਕੇ ਸੱਟ ਲੱਗੀ ਹੈ, ਕਿਆ ਉਹਨਾਂ ਦੇ ਵਿੱਚੋਂ ਕੋਈ ਵੀ ਬਾਬਾ ਇੰਜ ਦਾ ਨਹੀਂ ਕਿ ਜਿਹੜਾ ਉੜ ਕੇ ਨਹੀਂ ਟੁਰਦਾ ਜਾਂ ਸੋਟੀ ਲੈ ਕੇ ਨਹੀਂ ਟੁਰਦਾ, ਜਾਂ ਕੋਈ ਵੀ ਐਸਾ ਬਾਬਾ ਨਹੀਂ ਕਿ ਜਿਹੜਾ ਉੱਠਣ ਤੋਂ ਜਾਂ ਬਹਿਣ ਤੋਂ ਆਵਾਜ਼ਾਰ ਨਹੀਂ, ਜਿਹਨੂੰ ਕੁਰਸੀ ਤੇ ਵੀ ਜਾਂ ਮੰਜੀ ਤੇ ਵੀ ਬਹਾਨ ਵਾਸਤੇ ਫੜਨ ਦੀ ਮੁਸੀਬਤ ਦੀ ਫੜਨ ਦੀ ਬਹਾਨ ਦੀ ਉੱਠਣ ਦੀ ਕੋਈ ਮੁਸੀਬਤ ਨਹੀਂ ਉਹਨੂੰ ਹੈ, ਜਾਂ ਉਹਨਾਂ ਚੋਂ ਕਿੰਨੇ ਐਸੇ ਬਾਬੇ ਨਹੀਂ ਕਿ ਜਿਨ੍ਹਾਂ ਨੂੰ ਵਾਸ਼ਰੂਮ ਵਗੈਰਾ ਵੀ ਇਸਤੇਮਾਲ ਕਰਨ ਵਾਸਤੇ ਜਿਹੜਾ ਉਹ ਮੁਸੀਬਤ ਨਹੀਂ ਪੈਂਦੀ। ਤੇ ਅਗਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਇੱਕ 70-80 ਸਾਲਾਂ ਦੇ ਬਾਬਿਆਂ ਨੂੰ ਨੇ, ਉਹਦੇ ਬਰਅਕਸ ਮੈਂ ਤੁਹਾਨੂੰ ਇਹ ਦੱਸ ਦੇਣਾ ਵਾਂ ਕਿ ਜਿਹੜੇ ਲੋਕ ਜਿਮ ਜਾਂਦੇ ਨੇ, ਟ੍ਰੇਨਿੰਗ ਕਰਦੇ ਨੇ, ਭਲਵਾਨੀ ਕਰਦੇ ਨੇ ਤੇ ਆਪਣੇ ਖਾਣ ਪੀਣ ਨੂੰ ਸਾਫ਼ ਸੁਥਰਾ ਰੱਖਦੇ ਨੇ ਬਾਅਦ ਚ ਵੀ, ਯਾਨੀ ਕਿ 40-50-60-70 ਸਾਲ ਦੀ ਉਮਰ ਤੋਂ ਬਾਅਦ ਵੀ ਖਾਣੇ ਇhtiyat ਕਰਦੇ ਨੇ, ਚੰਗਾ ਖਾਣਾ ਖਾਂਦੇ ਨੇ, ਜਿਹੜਾ ਪੈਸਾ ਕਮਾਉਂਦੇ ਨੇ ਉਹਦੇ ਚੋਂ ਅੱਲਾ ਦੇ ਉਸ ਦਿੱਤੇ ਪੈਸੇ ਚੋਂ ਆਪਣੀ ਜਾਨ ਤੇ ਵੀ ਆਪਣੀ ਜ਼ਾਤ ਤੇ ਵੀ ਲਾਉਂਦੇ ਨੇ। ਤੇ ਮੈਂ ਤੁਹਾਨੂੰ ਹਜ਼ਾਰਾਂ ਐਸੇ ਬੰਦੇ ਨਹੀਂ, ਲੱਖਾਂ ਮੈਂ ਵਹਾ ਸਕਣਾ ਕਿ ਜਿਹੜੇ ਇਸ ਉਮਰ ਦੇ ਵਿੱਚ ਵੀ ਫਿੱਟ ਨੇ ਔਰ ਆਪ ਹੀ ਬਹਿ ਲੈਂਦੇ ਨੇ, ਆਪ ਹੀ ਖਲੋ ਲੈਂਦੇ ਨੇ, ਆਪਣਾ ਵਾਸ਼ਰੂਮ ਵਗੈਰਾ ਵੀ ਆਪੇ ਇਸਤੇਮਾਲ ਕਰ ਲੈਂਦੇ ਨੇ, ਆਪਣੇ ਕੱਪੜੇ ਵੀ ਬਦਲ ਲੈਂਦੇ ਨੇ, ਆਪੇ ਹੀ ਨਹਾ ਲੈਂਦੇ ਨੇ, ਸਾਰਾ ਕੰਮ ਆਪੇ ਹੀ ਕਰ ਲੈਂਦੇ ਨੇ। ਇਹਦੇ ਬਰਅਕਸ ਮੈਂ ਤੁਹਾਨੂੰ ਲੱਖਾਂ ਐਸੇ ਬਾਬੇ ਵਿਖਾ ਦਿਆਂਗਾ ਕਿ ਜਿਹੜੇ ਬਾਬੇ ਕਦੀ ਨਾ ਭਲਵਾਨੀ ਕੀਤੀ, ਨਾ ਜਿਮ ਗਏ, ਉਹਦੇ ਬਾਵਜੂਦ ਇਸ ਉਮਰ 'ਚ ਦੂਸਰਿਆਂ ਦੇ ਮੁਹਤਾਜ ਨੇ, ਔਰ ਉਹ ਯੂਰਪ 'ਚ ਵੀ ਨੇ ਔਰ ਉਹ ਪਾਕਿਸਤਾਨ ਦੇ ਵਿੱਚ ਵੀ ਨੇ। ਤੇ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹਨਾ ਕਿ ਕੋਈ ਸੱਚਾਈ ਨਹੀਂ ਹੈ। ਹਾਂ, ਤੁਸੀਂ ਵੇਖੋ, ਅਗਰ ਕਿਸੇ ਨਾਲ ਗੱਲ ਕਰੋ ਤੇ ਤੁਹਾਨੂੰ ਅੱਜ ਕੱਲ ਜਿਹੜੇ ਨੇ ਜਿਨ੍ਹਾਂ ਲੋਕਾਂ ਕੋਲ ਹੋਰ ਕੋਈ ਦਲੀਲ ਨਹੀਂ ਹੁੰਦੀ ਤੇ ਉਹ ਜਲਦੀ ਜਲਦੀ ਹਵਾਲਾ ਦੇਣਗੇ, ਉਹ ਕਹਿਣਗੇ ਜੀ ਆ ਮਿਸਟਰ ਓਲੰਪੀਆ ਵੇਖ ਲਓ, ਰੋਨੀ ਕੋਲਮੈਨ, ਉਹ ਇੱਕ ਕਾਲੇ ਰੰਗ ਦਾ ਅਮਰੀਕਨ ਜਿਹੜਾ ਜਿਹਦੀਆਂ ਲੱਤਾਂ ਦੇ 10-12 ਆਪਰੇਸ਼ਨ ਹੋਏ ਨੇ। ਲੇਕਿਨ ਭਾਈ ਜੇ ਤੁਸੀਂ ਉਹਦਾ ਹਵਾਲਾ ਦੇਣਾ ਹੈ ਤੇ ਕਿਆ ਉਹ ਇੱਕ ਬੰਦਾ ਜਿਹੜਾ ਹੈ ਉਹਨੇ ਕਿੰਨਾ ਵਜ਼ਨ ਚੁੱਕਿਆ, ਤੇ ਮੈਂ ਤੁਹਾਨੂੰ 100 ਬੰਦਾ ਵਹਾ ਦਿੰਨਾ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਜਿਮ ਨਹੀਂ ਜਾਂਦਾ, ਮਜ਼ਦੂਰੀ ਕਰਦਿਆਂ ਕੋਈ ਬਹੁਤੀਆਂ ਇੱਟਾਂ ਚੁੱਕ ਲੈਂਦਾ ਹੈ, ਜਾਂ ਕੋਈ ਥੱਲਿਓਂ ਕੋਈ ਸ਼ੈ ਚੁੱਕਦਿਆਂ ਉਹਦੇ ਲੱਕ ਦੀ ਪੀੜ ਨਿਕਲ ਜਾਂਦੀ ਹੈ, ਜਾਂ ਕੋਈ ਬੰਦਾ ਬਹੁਤੀਆਂ ਬੋਰੀਆਂ ਚੁੱਕਦਿਆਂ ਉਹਦਾ ਕੰਮ ਖਰਾਬ ਹੋ ਜਾਂਦਾ ਹੈ, ਕੋਈ ਬੰਦਾ ਡੇਰੇ ਤੇ ਪੱਠੇ ਚੁੱਕਦਿਆਂ ਉਹਦੇ ਲੱਕ ਦੀ ਪੀੜ ਨਿਕਲ ਜਾਂਦੀ ਹੈ, ਜਾਂ ਕੋਈ ਵੀ ਬੰਦਾ ਜਿਹੜਾ ਬਹੁਤਾ ਕੰਮ ਕਰਦਾ ਹੈ ਆਪਣੀ, ਇੱਕ ਬੰਦਾ ਉਹਦੀ ਹਸੀਅਤ 500 ਕਿਲੋ ਚੁੱਕਣ ਦੀ ਨਹੀਂ ਤੇ ਉਹ 800 ਕਿਲੋ ਉੱਤੇ ਰੱਖੇਗਾ ਤੇ ਉਹਨੇ ਤੇ ਲੱਤਾਂ ਹੀ ਤੜਵਾਉਣੀਆਂ ਨੇ। ਤੇ ਇਸੇ ਤਰੀਕੇ ਨਾਲ ਅਗਰ ਉਹ ਕਾਲਾ ਜਿਹੜਾ ਰੋਨੀ ਕੋਲਮੈਨ ਜਿਹੜਾ ਇੰਨੀ ਵਾਰੀ ਮਿਸਟਰ ਓਲੰਪੀਆ ਬਣਿਆ, ਉਹਨੇ ਆਪਣੇ ਜਿਸਮ ਨਾਲ ਜ਼ਿਆਦਤੀ ਕਰਕੇ ਬਹੁਤਾ ਜ਼ਿਆਦਾ ਵਜ਼ਨ ਪਾ ਲਿਆ ਜਾਂ ਬਹੁਤਾ ਜ਼ਿਆਦਾ ਕੰਮ ਕਰ ਲਿਆ, ਤੇ ਇਹਦੇ ਵਿੱਚ ਉਹ ਜਿਮ ਦਾ ਨਾ ਕਸੂਰ ਹੈ, ਨਾ ਉਹਨੂੰ ਜਿਮ ਨੇ ਆਖਿਆ, ਨਾ ਉਹਨੂੰ ਭਲਵਾਨੀ ਨੇ ਆਖਿਆ ਕਿ ਤੂੰ ਕਰ, ਉਹਨੇ ਤੇ ਆਪਣੀ, ਇਹਨੂੰ ਕਹਿੰਦੇ ਨੇ ਅੰਗਰੇਜ਼ੀ 'ਚ ਇਹਨੂੰ ਕਹਿੰਦੇ ਨੇ ਈਗੋ ਲਿਫਟਿੰਗ, ਯਾਨੀ ਕਿ ਤੁਸੀਂ ਆਪਣੀ ਅਨਾ ਨੂੰ ਤਸਕੀਨ ਦੇਣ ਵਾਸਤੇ, ਲੋਕਾਂ ਨੂੰ ਵਹਾਉਣ ਵਾਸਤੇ, ਵਹਾਲਾ ਕਰਨ ਵਾਸਤੇ ਕਿ ਮੈਂ ਜੀ ਬੜੀ ਬਲਾਵਾਂ, ਤੇ ਤੁਸੀਂ ਇਹਨਾਂ ਹੱਡੀਆਂ ਤੇ ਬਹੁਤ ਜ਼ਿਆਦਾ ਭਾਰ ਪਾ ਦਿੰਦੇ ਹੋ। ਮੈਂ ਹਮੇਸ਼ਾ ਕਹਿੰਦਾ ਕਿ ਬਾਡੀ ਬਿਲਡਿੰਗ ਜਿਹੜੀ ਹੈ ਜਾਂ ਜਿਹੜੇ ਮੁਕਾਬਲੇ ਕਰਨੇ ਨੇ, ਹਰ ਬੰਦੇ ਦੀ ਜ਼ਰੂਰਤ ਨਹੀਂ, ਹਰ ਬੰਦੇ ਦਾ ਇਹ ਜਿਹੜਾ ਪ੍ਰੋਫੈਸ਼ਨ ਨਹੀਂ, ਹਰ ਬੰਦੇ ਨੂੰ ਇਹ ਕਰਨਾ ਨਹੀਂ ਚਾਹੀਦਾ। ਲੇਕਿਨ ਜਿਮ ਕਰਨਾ, ਟ੍ਰੇਨਿੰਗ ਕਰਨਾ, ਆਪਣੇ ਆਪ ਨੂੰ ਫਿੱਟ ਰੱਖਣਾ, ਇਹ ਹਰ ਬੰਦੇ ਨੂੰ ਕਰਨਾ ਚਾਹੀਦਾ ਹੈ।
ਇਸ ਵਜ੍ਹਾ ਤੋਂ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਕਿ ਜਿਹੜਾ ਬੰਦਾ 60 ਸਾਲਾਂ ਦੀ ਉਮਰ 'ਚ ਜਾਂ 17 ਸਾਲਾਂ ਦੀ ਉਮਰ 'ਚ ਉਹ ਜਿਮ ਜਾਂਦਾ ਹੈ, ਉਹ ਟ੍ਰੇਨਿੰਗ ਕਰਦਾ ਹੈ, ਉਹ ਆਪਣੀ ਵਰਜ਼ਿਸ਼ ਕਰਦਾ ਹੈ, ਉਹ ਆਪਣੇ ਆਪ ਨੂੰ ਸਟ੍ਰੈਚ ਕਰਦਾ ਹੈ, ਆਪਣੀ ਸਿਹਤ ਦਾ ਖਿਆਲ ਰੱਖਦਾ ਹੈ, ਉਹਦੇ ਜਿਸਮ 'ਚ 30-35 ਸਾਲਾਂ ਵਾਲੇ ਜਵਾਨ ਵਰਗੀ ਤਾਕਤ ਹੁੰਦੀ ਹੈ। ਇਸੇ ਵਜ੍ਹਾ ਤੋਂ ਉਹ 17-80 ਸਾਲਾਂ ਦੀ ਉਮਰ 'ਚ ਵੀ ਆਪਣੇ ਕੰਮ ਖੁਦ ਕਰ ਲੈਂਦਾ ਹੈ। ਤੇ ਤੁਸੀਂ ਦੱਸੋ ਮੈਨੂੰ ਕਿ ਤੁਸੀਂ ਕਿਆ ਇਹ ਚਾਹੁੰਦੇ ਹੋ ਕਿ ਅਗਰ ਤੁਸੀਂ ਮਤਲਬ ਹੈ ਕਿ ਇਸ ਉਮਰ ਦੇ ਵਿੱਚ ਬੁੱਢੇ ਹੋ ਕੇ ਦੂਜਿਆਂ ਦੇ ਮੁਹਤਾਜ ਹੋਵੋ ਤੇ ਜਾਂ ਆਪ ਖੁਦ ਸਾਰਾ ਕੁਝ ਕਰਦਾ ਰਹੋ? ਇਹਦੇ ਵਾਸਤੇ ਬਿਹਤਰ ਇਹ ਵੇ ਕਿ ਤੁਸੀਂ ਆਪਣੇ ਆਪ ਨੂੰ ਫਿੱਟ ਰੱਖੋ। ਦੂਜੀ ਜਿਹੜੀ ਗੱਲ ਸੁਣੀ ਸੁਣਾਈ ਬਹੁਤ ਜ਼ਿਆਦਾ ਫੈਲਾਈ ਜਾਂਦੀ ਹੈ ਕਿ ਆ ਫਲਾਣੇ ਨੇ ਪਾਊਡਰ ਖਾ ਲਿਆ, ਗੋਲੀਆਂ ਖਾ ਲੀਆਂ। ਉਹ ਭਾਈ ਉਹ ਪਾਊਡਰ ਨਾ ਤੇ ਉਹ ਕੋਈ ਉਹ ਦੂਜਾ ਪਾਊਡਰ ਹੈ, ਉਹ ਨਸ਼ੇ ਵਾਲਾ ਪਾਊਡਰ ਹੈ, ਤੇ ਨਾ ਉਹ ਗੋਲੀਆਂ ਜਿਹੜੀਆਂ ਨੇ ਉਹ ਡਾਕਟਰਾਂ ਵਾਲੀਆਂ ਗੋਲੀਆਂ ਨੇ, ਠੀਕ ਹੈ, ਜਿਹੜੀਆਂ ਗੋਲੀਆਂ ਬਿਮਾਰੀ 'ਚ ਦਿੱਤੀਆਂ ਜਾਂਦੀਆਂ ਨੇ। ਇਹ ਗੋਲੀਆਂ ਜਿਹੜੀਆਂ ਨੇ ਇਹ ਨੈਚੁਰਲ ਸ਼ੈਵਾਂ ਦੀਆਂ ਬਣੀਆਂ ਹੁੰਦੀਆਂ ਨੇ, ਮਲਟੀ ਵਿਟਾਮਿਨ ਮਿਨਰਲ ਜਿਹੜੇ ਨੇ ਬੜੀ ਬੜੀ ਵਧੀਆ ਕੁਆਲਿਟੀ ਦੇ ਨੇ, ਔਰ ਇਹ ਜ਼ਿਆਦਾ ਤੋਂ ਜ਼ਿਆਦਾ ਨੈਚੁਰਲ ਸ਼ੈਵਾਂ ਤੋਂ ਬਣੀਆਂ ਹੁੰਦੀਆਂ ਨੇ। ਅਗਰ ਤੁਸੀਂ ਕੋਈ 2 ਨੰਬਰ ਚੀਜ਼ਾਂ ਇਸਤੇਮਾਲ ਕਰਦੇ ਹੋ ਤੇ ਇਹਦੇ ਵਿੱਚ ਗੋਲੀਆਂ ਦਾ ਕਸੂਰ ਤਾਂ ਨਹੀਂ, ਇਹਦੇ ਤੇ ਤੁਹਾਡੇ ਅਕਲ ਦਾ ਕਸੂਰ ਹੈ ਕਿ ਤੁਸੀਂ ਵੇਖ ਚਾ ਕੇ ਸ਼ੈ ਨਹੀਂ ਲਈ ਜਾਂ ਤੁਸੀਂ ਕਿਸੇ ਐਸੇ ਬੇਈਮਾਨ ਬੰਦੇ ਕੋਲੋਂ ਸ਼ੈ ਲੈ ਲਈ। ਤੇ ਜਿਹੜੇ ਪਾਊਡਰ ਨੇ, ਪਾਊਡਰਾਂ ਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦਿਆਂ। ਆ ਜਿਹੜਾ ਪ੍ਰੋਟੀਨ ਪਾਊਡਰ ਹੁੰਦਾ ਹੈ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ, ਇਹਦਾ 0% ਵੀ ਨੁਕਸਾਨ ਨਹੀਂ ਹੁੰਦਾ, ਯਾਨੀ ਕਿ ਨੁਕਸਾਨ ਹੈ ਹੀ ਕੋਈ ਨਹੀਂ। ਨੁਕਸਾਨ ਕਿਹਨੂੰ ਬੰਦੇ ਨੂੰ ਹੁੰਦਾ ਹੈ ਕਿ ਹੁਣ ਇੱਕ ਮਿਸਾਲ ਹੈ, ਮੈਨੂੰ 26-27 ਸਾਲ ਹੋ ਗਏ ਨੇ ਟ੍ਰੇਨਿੰਗ ਕਰਦਿਆਂ। ਮੈਂ ਮੁਕਾਬਲਾ ਪਹਿਲਾ ਜਿਹੜਾ 1998 ਚ ਕੀਤਾ ਸੀ, ਤੇ ਅਗਰ ਹੁਣ ਇੱਕ ਕੱਲ ਦਾ ਮੁੰਡਾ ਉੱਠ ਕੇ ਕਹਿੰਦਾ ਕਿ ਜੀ ਮੈਂ ਛੇਤੀ 2-3 ਮਹੀਨਿਆਂ ਚ 6 ਮਹੀਨਿਆਂ ਚ ਮੈਂ ਇੰਜ ਦਾ ਜਿਸਮ ਬਣਾ ਲਾਂ, ਉਹ ਹੁਣ ਆਪਣੇ ਆਪ ਨੂੰ ਟੀਕੇ ਲਾਂਦਾ, ਉਹ ਕੋਈ ਐਸੀਆਂ ਦਵਾਈਆਂ ਖਾਂਦਾ ਕਿ ਜਿਹੜੀਆਂ ਮਨਾ ਨੇ, ਜਿਹੜੀਆਂ ਕਿ ਕੈਂਸਰ ਵਾਸਤੇ ਜਾਂ ਕਿਸੇ ਹੋਰ ਬਿਮਾਰੀ ਵਾਸਤੇ ਨੇ। ਦੂਜਾ ਉਹ ਜਦੋਂ ਪਾਊਡਰ ਪੀਂਦਾ ਤੇ ਉਹ ਬਜਾਏ ਅਗਰ ਉਹਨੂੰ ਦੱਸਿਆ ਜਾਂਦਾ ਕਿ ਤੂੰ 2 ਇਹਦੇ ਚਮਚ ਪਾਊਡਰ ਦੇ ਦਿਹਾੜੀ ਦੇ ਪੀਣੇ ਨੇ ਜਾਂ 4 ਪੀਣੇ ਨੇ, ਉਹਦੀ ਬਜਾਏ 12 ਜਾਂ 14 ਪੀਂਦਾ ਹੈ। ਤੇ ਭਾਈ ਉਹ ਤੇ ਤੁਸੀਂ ਪਾਣੀ ਪੀਣ ਨਾਲ ਵੀ ਮਰ ਜਾਓਗੇ, ਜਿਹਦੇ ਤੋਂ ਬਗੈਰ ਜ਼ਿੰਦਗੀ ਕੋਈ ਨਹੀਂ। ਹੁਣ ਇੱਕ ਗਲਾਸ ਅਗਰ ਤੁਸੀਂ ਦਿਹਾੜੀ ਦੇ 8 ਜਾਂ 10 ਗਲਾਸ ਪਾਣੀ ਪੀਂਦੇ ਹੋ, ਉਹ ਤੇ ਸਿਹਤ ਵਾਸਤੇ ਠੀਕ ਹੈ, ਤੇ ਜੇ ਤੁਸੀਂ ਆਖੋ ਮੈਂ 100 ਗਲਾਸ ਪਾਣੀ ਪੀਣਾ ਹੈ ਤਾਂ ਤੁਸੀਂ ਪਾਣੀ ਦੇ ਨਾਲ ਹੀ ਆਫਰ ਕੇ ਮਰ ਜਾਓਗੇ। ਤੇ ਇਸੇ ਵਜ੍ਹਾ ਤੋਂ ਇਹ ਜਿੰਨੀਆਂ ਵੀ ਸ਼ੈਵਾਂ ਨੇ ਇਹਨਾਂ ਦਾ ਨੁਕਸਾਨ ਕੋਈ ਨਹੀਂ, ਨਾ ਜਿਮ ਜਾਣ ਦਾ ਨੁਕਸਾਨ ਹੈ। ਇਹ ਸਾਰੀਆਂ ਸੁਣੀਆਂ ਸੁਣਾਈਆਂ ਗੱਲਾਂ ਨੇ। ਔਰ ਤੁਹਾਨੂੰ ਇੱਕ ਹੋਰ ਮਜ਼ੇ ਦੀ ਗੱਲ ਦੱਸਾਂ, ਇਹ ਸੁਣੀਆਂ ਸੁਣਾਈਆਂ ਗੱਲਾਂ ਜਿਹੜੀਆਂ ਨੇ ਇਹ ਬਹੁਤੀਆਂ ਉਹ ਲੋਕ ਕਰਦੇ ਨੇ ਕਿ ਜਿਨ੍ਹਾਂ ਨਾ ਸਾਰੀ ਜ਼ਿੰਦਗੀ ਇਸ ਪਾਊਡਰ ਨੂੰ, ਨਾ ਇਸ ਗੋਲੀ ਨੂੰ ਹੱਥ ਲਾਇਆ ਹੁੰਦਾ, ਤੇ ਨਾ ਉਹ ਲੋਕ ਸਾਰੀ ਜ਼ਿੰਦਗੀ ਕਿਧਰੇ ਜਿਮ ਵੀ ਗਏ ਹੁੰਦੇ ਨੇ। ਉਹਨਾਂ ਦੀ ਆਪਣੀ ਹਾਲਤ ਇਹ ਹੁੰਦੀ ਹੈ ਕਿ ਉਹਨਾਂ ਦੀਆਂ ਆਪਣੀਆਂ ਹੱਡੀਆਂ ਤੇ ਉਹਨਾਂ ਦੇ ਆਪਣੇ ਜਿਹੜੇ ਜੋੜ ਹੁੰਦੇ ਨੇ ਉਹ ਦੁਖਦੇ ਹੁੰਦੇ ਨੇ, ਲੇਕਿਨ ਉਹ ਦੂਜਿਆਂ ਨੂੰ ਮਨਾ ਕਰਦੇ ਹੁੰਦੇ ਨੇ। ਐਵੇਂ ਹੀ ਉੱਥੇ ਪਾਕਿਸਤਾਨ ਦੇ ਵਿੱਚ ਇੱਕ ਹੋਰ ਬੜਾ ਵੱਡਾ ਮਸਲਾ ਹੈ ਕਿ ਐਵੇਂ ਹੀ ਭਕੀਮ ਬਣਦੇ ਨੇ। ਜਿਹਨੂੰ ਵੀ ਪੁੱਛ ਲਓ ਉਹ ਕਹਿੰਦੇ ਨੇ, ਉਹ ਆਂਦੇ ਨਾ ਇੱਟ ਪੱਟੋ ਤੇ ਕੀਮ ਨਿਕਲ ਆਉਂਦਾ। ਜਿਹਨੂੰ ਪੁੱਛੋ ਉਹ ਹੀ ਕੀਮ ਹੈ। ਕੋਈ ਤੁਸੀਂ ਗੱਲ ਕਰ ਲਓ ਤੇ ਹਰ ਬੰਦਾ ਹਕਮਤ ਆਪਣੇ ਕੋਲੋਂ ਹੀ ਜੋੜ ਕੇ ਦੱਸੀ ਜਾਂਦਾ, ਸੁਣੀਆਂ ਸੁਣਾਈਆਂ ਗੱਲਾਂ ਹੀ ਦੱਸੀ ਜਾਂਦੇ ਆ। ਤੇ ਇਹ ਜਿਹੜੀ ਚੀਜ਼ ਹੈ ਇਹ ਬਿਲਕੁਲ ਵੀ ਠੀਕ ਨਹੀਂ। ਤੇ ਮੈਨੂੰ ਉਮੀਦ ਹੈ ਕਿ ਇਹ ਜਿਹੜਾ ਪੰਜਾਬੀ ਵੀਲੌਗ ਹੈ ਇਹਦੇ ਨਾਲ ਕੁਝ ਲੋਕਾਂ ਦੀ ਮਦਦ ਹੋਈ ਹੋਵੇ ਜੀ। ਇਹਦਾ ਬਣਾਉਣ ਦਾ ਮਕਸਦ ਇਹ ਸੀ ਕਿ ਟ੍ਰੇਨਿੰਗ ਕਰਨਾ, ਜਿਮ ਜਾਣ ਨਾਲ, ਭਲਵਾਨੀ ਕਰਨ ਨਾਲ, ਅੱਛਾ ਖਾਣ ਨਾਲ, ਸਪਲੀਮੈਂਟ ਇਸਤੇਮਾਲ ਕਰਨ ਨਾਲ ਜਾਂ ਮਲਟੀਵਿਟਾਮਿਨ ਇਸਤੇਮਾਲ ਕਰਨ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੁੰਦਾ, ਬਲਕਿ ਤੁਸੀਂ ਬੜੀ ਦੇਰ ਤੱਕ 60-70 ਸਾਲ ਦੀ ਉਮਰ ਤੱਕ ਜਦੋਂ ਦੂਜੇ ਬੰਦੇ, ਨਾਰਮਲ ਬੰਦੇ ਬੁੱਢੇ ਹੋ ਕੇ ਟੁਰਨੋਂ ਆਵਾਜ਼ਾਰ ਹੋ ਜਾਂਦੇ ਨੇ, ਤੁਸੀਂ ਉਦੋਂ ਵੀ ਤੁਹਾਡੇ, ਕਿਉਂਕਿ ਮਸਲ ਤੇ ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਉਹ ਜ਼ੋਰ ਲਾਉਂਦੀਆਂ ਰਹਿੰਦੀਆਂ ਨੇ, ਉਹ ਤਾਕਤ 'ਚ ਰਹਿੰਦੀਆਂ ਨੇ। ਹਰਗਿਜ਼ ਮੈਂ ਤੁਹਾਨੂੰ ਇਹ ਨਹੀਂ ਆਂਦਾ ਕਿ ਇੰਨਾ ਵਜ਼ਨ ਚੁੱਕੋਗੇ ਆਪਣੀ ਪੀੜ ਕੱਢ ਲਵੋ, ਲੇਕਿਨ ਉਹਨਾਂ ਚੁੱਕੋਗੇ ਜਿਹਦੇ ਨਾਲ ਤੁਹਾਡੇ ਜਿਸਮ ਦੇ ਵਿੱਚ ਤੁਹਾਡਾ ਖੂਨ ਜਿਹੜਾ ਉਹ ਅੱਛੀ ਗਰਦਿਸ਼ ਕਰਦਾ ਰਹੇ। ਬਾਕੀ ਜਿਹੜਾ ਤੁਸੀਂ ਆਪਣੇ ਸਵਾਲ ਜਿਹੜੇ ਨੇ ਉਹ ਹਮੇਸ਼ਾ ਕਮੈਂਟ 'ਚ ਲਿਖਿਆ ਕਰੋ, ਔਰ ਵੀਲੌਗ ਪਸੰਦ ਆਏ ਤੇ ਇਹਨੂੰ ਦੂਜਿਆਂ ਨਾਲ ਸ਼ੇਅਰ ਤੇ ਲਾਈਕ ਵੀ ਕਰੋ। ਤੇ ਮੈਂ ਹੁਣ ਅੱਜ ਤੋਂ ਬਾਅਦ ਇਨਸ਼ਾਅੱਲਾ ਪੰਜਾਬੀ ਦੇ ਵਿੱਚ ਵੀ ਕੋਸ਼ਿਸ਼ ਕਰਾਂਗਾ ਕਿ ਹਫਤੇ ਦੇ ਅਸੀਂ 2-3 ਵੀਲੌਗ ਜਿਹੜੇ ਜਿੰਨੇ ਵੀ ਇਸ਼ੂ ਨੇ ਉਹਨਾਂ ਤੇ ਬਣਾਈਏ, ਤਾਂ ਕਿ ਸਾਡੇ ਜਿੰਨੇ ਵੀ ਭੈਣ ਭਰਾ ਨੇ ਇਹਨਾਂ ਨੂੰ ਸਮਝ ਆ ਸਕੇ। ਬਹੁਤ ਸ਼ੁਕਰੀਆ, ਆਪਣੀਆਂ ਦੁਆਵਾਂ 'ਚ ਯਾਦ ਰੱਖਿਆ ਜੇ। ਅੱਲਾ ਹਾਫਿਜ਼।